ਸਿੰਘ ਸਾਹਿਬ ਭਾਵੇਂ ਆਪਣਾ ਚਿਹਰਾ नहीं दिखाना चाहते ਤਾਂ ਮੈਂ ਦਿਖਾ ਦਿਆਂ ਕਿ ਬੋਰਡ ਦੇ ਉੱਤੇ ਲਿਖਿਆ ਹੋਇਆ ਟੁੱਟੇ ਜੋੜੇ ਗੰਢਣ ਤੇ ਪਾਲਿਸ਼ ਕਰਨ ਅਤੇ ਬੈਗਾ ਪੈਂਟਾਂ ਪਜਾਮਿਆਂ ਦੀਆਂ ਜਿੱਪਾਂ ਲਾਉਣ ਦੀ ਸੇਵਾ ਕੀਤੀ ਜਾਂਦੀ ਹੈ ਤੇ ਮੁਫਤ ਸੇਵਾ ਨਿਭਾਈ ਜਾ ਰਹੀ ਹੈ। ਆਪਣੀ ਸੇਵਾ ਦੇ ਵਿੱਚ ਮਗਨ ਸਿੰਘ ਸਾਹਿਬ ਸੇਵਾ ਨਿਭਾ ਰਹੇ ਆ ਤੇ ਬਿਲਕੁਲ ਮੁਫਤ ਸੇਵਾ ਨਿਭਾਈ ਜਾ ਰਹੀ ਹੈ ਤੇ ਗੱਲਾਂ ਬਾਤਾਂ ਚਰਚਾਵਾਂ ਉਹ ਕਰਨਾ ਨਹੀਂ ਚਾਹੁੰਦੇ, ਗੁਪਤ ਰਹਿਣ ਦੇ ਇੱਛੁਕ ਨੇ। ਕੀ ਸਮਝਦੇ ਹੋ ਕਿ ਨੌਜਵਾਨ ਕਿਉਂ ਪੰਜਾਬ ਦਾ ਸਿੱਖੀ ਤੋਂ ਦੂਰ ਹੋਇਆ, ਕਿਉਂ ਨਸ਼ਿਆਂ ਦੇ ਵਿੱਚ ਫਸਿਆ, ਕਿਉਂ ਇਹ ਥਾਂ ਜਿਹੜੀ ਕਿ ਨਤਮਸਤਕ ਹੋਣ ਦੇ ਲਈ ਆਣਾ ਸੀ ਇਹ ਮੇਲਾ ਬਣ ਗਈ, ਇਹ ਕਿਉਂ ਹੋਇਆ ਸਾਰਾ ਕੁਝ? ਹੁਣ ਵੀ ਆਪਣੇ ਉਰੇ ਨੌਜਵਾਨ ਹੈਗੇ ਆ ਕਈ ਜਿਹੜੇ ਮੱਥਾ ਟੇਕਣ ਵੀ ਆਉਂਦੇ ਆ ਤੇ ਨਜਾਇਜ਼ ਨਸ਼ਿਆਂ ਦਾ ਵੀ ਪ੍ਰਯੋਗ ਕਰਦੇ ਆ। हाँ जी, मैं बिहार से रोहतास जिला सासाराम से आया हूँ जी। मैं छोटे साहिबजादा का शहीदी गुरुपर्व देखने आया हूँ, लेकिन यहाँ पर लोग मेले के नाम दे रहे हैं, कह रहे हैं मेले घूमने आए हैं। बिहार से ज़्यादा यहाँ पर कम सिक्खी नज़र आ रहा है। सेवा तो बहुत काफ़ी है, लेकिन सिक्खी कट है। बिहार ਦੇ ਵਿੱਚ ਕਿੰਨੇ ਕੁ ਸਿੱਖਾਂ ਦੇ ਘਰ ਆ ਜਿੱਥੋਂ ਤੁਸੀਂ ਆਏ ਹੋ? वहाँ पर 500 साल पहले गुरु तेग बहादुर गए थे वहाँ पर, 21 दिनों तक सत्संग किए थे। वहाँ के स्थानीय लोग जितने थे पांच धर्मों का वो सिख धर्म अपना लिया है। गुरु के बिना वो बिना नित्यनेम का वो कारोबार भी नहीं करते हैं, ना ही खाना खाते हैं, ना कोई काम करते हैं। रात को सोया था, एक बैग 4 साहिबजादों को याद आ गया मेरा। हम कहेंगे चलो उनसे मुलाकात करना जरूरी है। ਸੁੱਤੇ ਪਏ ਫੁਰਨਾ ਆ ਗਿਆ? हाँ जी, हाँ जी। ਉੱਥੇ ਆਪਣੇ ਘਰੇ ਪਏ ਸੀ? हाँ हाँ जी, घर पर सोए थे तो एक बैग हमने मन बन गया और जनरल ट्रेन में ही चल दिया। बच्चे के लिए शस्त्र भी लिए हैं कि नहीं, उनके बताए रास्ता अब चलना ਇੱਕ है। ਹੋਰ ਗੱਲ ਦੱਸਦੇ, ਦੇਖੋ ਪਹਿਲਾਂ ਵੀ ਗੱਲ ਕੀਤੀ ਆ, ਸਾਡੇ ਨੌਜਵਾਨ ਇੱਥੇ ਸਾਡੇ ਜਿਹੜੇ ਮਾਪੇ ਹੈਗੇ ਆ ਆਪਣੇ ਬੱਚਿਆਂ ਨੂੰ ਕੀ ਦੁਆਰੇ ਇੱਥੇ ਖਿਡੌਣੇ ਦੁਆਰੇ, ਬਾਲਾਂ ਦੁਆਰੇ ਆ, ਹੋਰ ਕੋਈ ਚੀਜ਼ ਪ੍ਰਕਾਰ ਦੀਆਂ ਚੀਜ਼ਾਂ ਦੁਆਰੇ, ਖਾਣ ਦੇ ਲਈ ਕੋਈ ਵਸਤਾਂ ਖਿਲਾ ਰਹੇ ਆ। ਦੇਖੋ ਬਿਹਾਰ ਤੋਂ ਆਇਆ ਜਿਹੜਾ ਸਿੱਖ ਹੈ ਉਹ ਆਪਣੇ ਬੱਚਿਆਂ ਲਈ ਸ਼ਸਤਰ ਲੈ ਕੇ ਜਾ ਰਿਹਾ। वो लड़ते हुए गुरु साहब के बच्चे शहीद हो गए, लेकिन वो पीठ नहीं दिखाए। ਜੇ ਗੁਰੂ ਤੇਗ ਬਹਾਦਰ ਜੀ ਦੇ ਕਹਿਣ ਮੁਤਾਬਕ ਅੱਜ ਵੀ ਬਿਹਾਰ ਦੇ ਵਿੱਚ ਤੁਸੀਂ ਆਪਣੇ ਪੜਦਾਦਾ ਜੀ ਤੋਂ ਸਿੱਖੀ ਸਾਂਭੀ ਬੈਠੇ, ਹਾਂਜੀ, ਇੱਕਦਮ। ਇੱਥੇ ਪੰਜਾਬ ਦੇ ਵਿੱਚ ਜਿੱਥੇ ਸਿੱਖੀ ਦਾ ਬੂਟਾ ਲੱਗਿਆ, ਜਿੱਥੇ ਅੰਮ੍ਰਿਤ ਛਕਾਇਆ, ਜਿੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ, ਉੱਥੇ ਸਿੱਖੀ ਕਿਉਂ ਚਲ ਗਈ? ਪੰਜਾਬ ਦੇ ਵਿੱਚ ਜੇ ਕੋਈ ਬਿਹਾਰ ਤੋਂ ਆਂਦਾ ਨਾ ਉਹਨੂੰ ਭਈਆ ਕਿਹਾ ਜਾਂਦਾ, ਭਈਆ ਕਹਿ ਕੇ ਸੰਬੋਧਨ ਕੀਤਾ ਜਾਂਦਾ। ਬਿਹਾਰ ਤੋਂ ਆ ਸਿੰਘ ਸਾਹਿਬ, ਸਿੱਖੀ ਸਾਂਭੀ ਹੋਈ ਆ ਪੜਦਾਦਿਆਂ ਤੋਂ। ਆਉਂਦੇ ਮੇਰੇ ਨਾਲ ਮੁੰਡੇ ਸੀਗੇ ਛੋਟੇ ਛੋਟੇ, ਮੈਂ ਉਹਨਾਂ ਨਾਲ ਲੱਗ ਗਿਆ। ਮੈਂ ਜਦੋਂ ਗੱਲ ਕਰੀ, ਜੋੜੀ ਜਦੋਂ ਕਚਹਿਰੀ ਵੜਦੀ, ਜੋੜੀ ਜਦੋਂ ਕਚਹਿਰੀ ਵੜਦੀ, ਉਦੋਂ ਸੂਬੇ ਦੀ ਹਿੱਕ ਸੜਦੀ, ਉੱਤੇ ਫਤਿਹ ਨਾਗ ਨਹੀਂ ਲੜਦੀ, ਉਹ ਲਲਕਾਰੇ ਮਾਰਦੀਆਂ, ਨਿੱਕੀਆਂ ਨਿੱਕੀਆਂ ਜਿੰਦਾਂ ਨੇ ਦੋ ਕਲਗੀ ਧਾਰਦੀਆਂ, ਨਿੱਕੀਆਂ ਨਿੱਕੀਆਂ ਜਿੰਦਾਂ ਨੇ ਦੋ ਕਲਗੀ ਧਾਰਦੀਆਂ। ਤੇ ਉਹਨਾਂ ਨੇ ਪਰਵਾਹ ਨਹੀਂ ਕਰੀ। ਤੇ ਅੱਜ ਕੱਲ੍ਹ ਦੇ ਪਹਿਲਾਂ ਮੈਂ ਹੀ ਆਪਣਾ ਸਿਰ ਕਟਾਈ ਫਿਰਦਾ। ਤੁਸੀਂ ਕਦੋਂ ਕਟਾਤੇ ਸੀ? ਬਹੁਤ ਟਾਈਮ ਦੇ ਸੀ, ਮੈਂ ਤੁਹਾਨੂੰ ਦੱਸ ਰਿਹਾ। ਪਹਿਲਾਂ ਮੇਰੇ ਵੀ ਮਤਲਬ ਜਾਣੀ ਕਿ ਦਾੜੀ ਕੇਸ ਹੋਇਆ ਕਰਦੇ ਸੀ। ਤੁਹਾਡਾ ਨਾਮ ਕੀ ਹੈ ਜੀ? ਅਮਿਤ ਚੰਦ ਅਰਨੇਟੂ। ਅਮਿਤ ਚੰਦ, ਤੁਸੀਂ ਹਿੰਦੂ ਪਰਿਵਾਰ ਚੋਂ ਆ? ਹਾਂਜੀ, ਹਿੰਦੂ ਪਰਿਵਾਰ 'ਚ ਮੈਂ ਬਾਜੀਗਰ ਹਾਂ। ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ। ਮੈਂ ਸਤਨਾਮ ਸਿੰਘ ਇਸ ਸਮੇਂ ਫਤਿਹਗੜ੍ਹ ਸਾਹਿਬ ਵਿਖੇ ਖੜੇ ਹਾਂ, ਜਿੱਥੇ ਕਿ ਸ਼ਹੀਦੀ ਸਭਾ ਮਨਾਈ ਜਾ ਰਹੀ ਹੈ। ਬਹੁਤ ਸਾਰੀਆਂ ਸੰਗਤਾਂ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ, ਉਹਨਾਂ ਤੋਂ ਇਲਾਵਾ ਹੋਰ ਜਿਹੜੇ ਸ਼ਹੀਦ ਸੰਬੰਧਿਤ ਨੇ ਇਸ ਪੰਦਰਵਾੜੇ ਦੇ ਨਾਲ, ਉਹਨਾਂ ਨੂੰ ਨਤਮਸਤਕ ਹੋਣ ਦੇ ਲਈ ਇਸ ਥਾਂ ਦੇ ਉੱਤੇ ਪਹੁੰਚਦੀਆਂ ਨੇ। ਤਾਂ ਜਿੱਥੇ ਵਿਰਾਸਤ ਦੀ ਗੱਲ ਕਰੀਏ ਤਾਂ ਸਾਡੇ ਬਜ਼ੁਰਗ ਜੋ ਸੀ ਉਹ ਕਿਸ ਤਰ੍ਹਾਂ ਦੀਆਂ ਰਵਾਇਤਾਂ ਦੀ ਪਾਲਣਾ ਕਰਦੇ ਸੀ। ਪੁੰਜੇ ਸੌਣਾ, ਸਾਦੇ ਲਿਬਾਸ ਦੇ ਵਿੱਚ ਇਸ ਥਾਂ ਦੇ ਉੱਤੇ ਆਉਣਾ ਤੇ ਇਹ ਚੀਜ਼ਾਂ ਬਾਰੇ ਵਿਚਾਰ ਚਰਚਾਵਾਂ ਕਰਨੀਆਂ ਕਿ ਜੋ ਕੁਝ ਵਾਪਰਿਆ ਸੀ ਉਹ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਕਿਸ ਤਰ੍ਹਾਂ ਦੱਸਣਾ। ਬਹੁਤ ਸਾਰੀਆਂ ਵਿਚਾਰਾਂ ਕਰਦੇ ਸੀ, ਪਰ ਸਮੇਂ ਦੇ ਨਾਲ ਨਾਲ ਜਿਉਂ ਸਮਾਂ ਬੀਤਦਾ ਗਿਆ, ਬਹੁਤ ਕੁਝ ਅਜਿਹਾ ਇਸ ਥਾਂ ਦੇ ਉੱਤੇ ਆਇਆ ਜਿਨ੍ਹਾਂ ਦੇ ਉੱਤੇ ਸਵਾਲ ਵੀ ਖੜੇ ਹੋਣੇ ਸ਼ੁਰੂ ਹੋਏ। ਕੁਝ ਚੰਗੀਆਂ ਚੀਜ਼ਾਂ ਤੇ ਕੁਝ ਅਜਿਹੀਆਂ ਚੀਜ਼ਾਂ ਜਿਨ੍ਹਾਂ ਨੂੰ ਮਨਮਤ ਕਿਹਾ ਜਾ ਸਕਦਾ ਉਹ ਵੀ ਹੁੰਦੀਆਂ। ਪਹਿਲਾਂ ਮੈਂ ਤੁਹਾਨੂੰ ਇੱਕ ਤਸਵੀਰ ਇਸ ਥਾਂ ਦੇ ਉੱਤੋਂ ਚੰਗੀ ਦਿਖਾ ਦਿਆਂ, ਜਿਹੜੀ ਕਿ ਬਹੁਤ ਹੀ ਚੰਗੀ ਤਸਵੀਰ ਹੈ, ਜੋ ਕਿ ਹਰ ਥਾਂ ਦੇ ਉੱਤੇ ਹੋਣੀ ਚਾਹੀਦੀ ਹੈ, ਜੋ ਕਿ ਸਿੱਖ ਨੂੰ ਸਿੱਖੀ ਸਿਧਾਂਤ ਨੂੰ ਵੀ ਲੋਕਾਂ ਤੱਕ ਲੈ ਕੇ ਜਾਂਦੀ ਆ। ਤਸਵੀਰ ਮੈਂ ਸਿੰਘ ਸਾਹਿਬ ਭਾਵੇਂ ਆਪਣਾ ਚਿਹਰਾ ਨਹੀਂ ਦਿਖਾਣਾ ਚਾਹੁੰਦੇ
ਤਾਂ ਮੈਂ ਦਿਖਾ ਦਿਆਂ ਕਿ ਬੋਰਡ ਦੇ ਉੱਤੇ ਲਿਖਿਆ ਹੋਇਆ ਟੁੱਟੇ ਜੋੜੇ ਗੰਢਣ ਤੇ ਪਾਲਿਸ਼ ਕਰਨ ਅਤੇ ਬੈਗਾਂ ਪੈਂਟਾਂ ਪਜਾਮਿਆਂ ਦੀਆਂ ਜਿੱਪਾਂ ਲਾਉਣ ਦੀ ਸੇਵਾ ਕੀਤੀ ਜਾਂਦੀ ਹੈ ਤੇ ਮੁਫਤ ਸੇਵਾ ਨਿਭਾਈ ਜਾ ਰਹੀ ਹੈ। ਦੂਜੇ ਪਾਸੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਤਸਵੀਰ ਲਗਾਈ ਹੋਈ ਹੈ ਤੇ ਉਸ ਦੇ ਨਾਲ ਹੀ ਆਪਣੀ ਸੇਵਾ ਦੇ ਵਿੱਚ ਮਗਨ ਸਿੰਘ ਸਾਹਿਬ ਸੇਵਾ ਨਿਭਾ ਰਹੇ ਆ ਤੇ ਬਿਲਕੁਲ ਮੁਫਤ ਸੇਵਾ ਨਿਭਾਈ ਜਾ ਰਹੀ ਹੈ ਤੇ ਗੱਲਾਂ ਬਾਤਾਂ ਚਰਚਾਵਾਂ ਉਹ ਕਰਨਾ ਨਹੀਂ ਚਾਹੁੰਦੇ, ਗੁਪਤ ਰਹਿਣ ਦੇ ਇੱਛੁਕ ਨੇ। ਸੋ ਬਹੁਤ ਸਾਰਾ ਸਮਾਨ ਵੀ ਰੱਖਿਆ ਹੋਇਆ ਹੈ, ਹਾਲਾਂਕਿ ਬਹੁਤ ਸਾਰੀ ਸਮੱਗਰੀ ਦੇ ਲਈ ਬਹੁਤ ਸਾਰੀ ਮਾਇਆ ਦੀ ਵੀ ਲੋੜ ਪੈਂਦੀ ਹੋਵੇਗੀ। ਸੋ ਇੱਕ ਤਸਵੀਰ ਹੈ ਇਸ ਥਾਂ ਦੀ ਉੱਤੇ ਜੋ ਕਿ ਸਿੱਖੀ ਸਿਧਾਂਤ ਨੂੰ, ਸਿੱਖ ਫਲਸਫੇ ਨੂੰ ਬਿਆਨ ਕਰਦੀ ਹੈ। ਸੋ ਇਹ ਵੀ ਤਸਵੀਰ ਹੈ, ਪਰ ਉਸ ਦੇ ਨਾਲ ਬਹੁਤ ਸਾਰੀਆਂ ਤਸਵੀਰਾਂ ਅਜਿਹੀਆਂ ਵੀ ਨੇ ਜੋ ਕਿ ਸ਼ਰਮਿੰਦਾ ਕਰਨ ਵਾਲੀਆਂ ਵੀ ਨੇ, ਜੋ ਇੱਥੇ ਹੋਣੀਆਂ ਨਹੀਂ ਸੀ ਚਾਹੀਦੀਆਂ। ਕੁਝ ਅਜਿਹੇ ਮੁਖੌਟੇ ਵਿੱਚ ਜਾ ਰਹੇ ਨੇ ਜੋ ਕਿ ਭੂਤਾਂ ਵਰਗੇ ਨੇ, ਕੁਝ ਅਜਿਹੀਆਂ ਪੀਪਣੀਆਂ ਵੇਚੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਕੋਈ ਸਬੰਧ ਇਸ ਥਾਂ ਦੇ ਨਾਲ ਨਹੀਂ ਹੈ। ਕੁਝ ਅਜਿਹੇ ਬੇਲੋੜੇ ਆਵਾਜ਼ਾਂ, ਬੇਲੋੜੇ ਹਾਰਨ ਵਜਾਏ ਜਾ ਰਹੇ ਹੈ, ਸ਼ੋਰ ਸ਼ਰਾਬਾ ਵੀ ਪਾਇਆ ਜਾ ਰਿਹਾ ਹੈ ਜੋ ਕਿ ਬਿਲਕੁਲ ਇਸ ਥਾਂ ਦੇ ਨਾਲ ਸੰਬੰਧ ਰੱਖਣਾ ਜਾਇਜ਼ ਨਹੀਂ ਆ। ਸੋ ਅਜਿਹੀਆਂ ਚੀਜ਼ਾਂ ਵੀ, ਸੋ ਚਰਚਾਵਾਂ ਉਹਨਾਂ ਬਾਰੇ ਵੀ ਬਣਦੀਆਂ। ਜੇ ਚੰਗੀਆਂ ਚੀਜ਼ਾਂ ਜਿੱਥੇ ਹੋ ਰਹੀਆਂ ਉਸ ਦੇ ਨਾਲ ਜੋ ਮਾੜੀਆਂ ਚੀਜ਼ਾਂ ਉਹ ਕਿਸ ਤਰ੍ਹਾਂ ਇਹਨਾਂ ਸੁਭਾਵਾਂ ਤੋਂ ਦੂਰ ਹੋਣਗੀਆਂ, ਕਿਉਂ ਇਹ ਸਾਡੇ ਵਿੱਚ ਆਈਆਂ, ਕਿਉਂ ਸਾਡੇ ਨੌਜਵਾਨ ਨਸ਼ਿਆਂ ਦੇ ਵਿੱਚ ਫਸੇ, ਕਿਉਂ ਸਿੱਖੀ ਤੋਂ ਦੂਰ ਹੋਏ, ਕਿਉਂ ਪੰਜਾਬ ਦਾ ਇਹ ਹਾਲ ਹੋਇਆ, ਉਹਨਾਂ ਬਾਰੇ ਵੀ ਚਰਚਾਵਾਂ ਕਰਾਂਗੇ। ਸਿੱਖ ਸੰਗਤ ਵੀ ਇਸ ਥਾਂ ਦੇ ਉੱਤੇ ਮੌਜੂਦ ਆ, ਗੱਲਬਾਤ ਕਰਦੇ ਹਾਂ। ਵੀਰ ਜੀ ਕਿੱਥੋਂ ਆਏ ਹੋ, ਕਿਵੇਂ ਦੇਖਦੇ ਹੋ ਜਿਹੜੀਆਂ ਗੱਲਾਂ ਬਾਰੇ ਮੈਂ ਗੱਲ ਕੀਤੀ ਆ ਕਿ ਪੰਜਾਬ ਦਾ ਇਹ ਹਾਲ ਹੁੰਦਾ ਜਾ ਰਿਹਾ, ਕਿਉਂ ਇਹ ਹਾਲ ਹੋ ਗਿਆ? ਸਾਡਾ ਪਿੰਡ ਰੋਜਾਂ ਵਾਲੀ ਹੈ ਜੀ, ਜ਼ਿਲ੍ਹਾ ਫਤਿਆਬਾਦ। ਕੀ ਸਮਝਦੇ ਹੋ, ਕਿਹੜੀ ਭਾਵਨਾ ਤੁਸੀਂ ਅੱਜ ਲੈ ਕੇ ਆਏ ਹੋ? ਪਹਿਲਾਂ ਇਹ ਦੱਸੋ ਕਿਹੜੀ ਭਾਵਨਾ ਨੂੰ ਲੈ ਕੇ ਇੱਥੇ ਨਤਮਸਤਕ ਹੋਣਾ? ਆਪਣੀ ਮਰਿਆਦਾ ਨਾਲ ਆਏ ਆ ਜੀ, ਸ਼ਰਧਾ ਨਾਲ ਆਏ ਆ, ਮੱਥਾ ਟੇਕਣ ਆਏ ਆ। ਆਪਣੇ 4 ਸਾਹਿਬਜ਼ਾਦੇ ਤੇ ਮਾਤਾ ਗੁਜਰੀ ਦੇ ਜਿਹੜਾ ਆਪਣਾ ਉਰੇ ਮੇਲਾ ਲੱਗਦਾ ਹੈ ਉਹਨੂੰ ਪੂਰੀ ਸ਼ਰਧਾ ਨਾਲ ਨਿਭਾ ਕੇ ਮੱਥਾ ਟੇਕ ਕੇ ਆਪਦਾ ਪਿੰਡ ਨੂੰ ਜਾਵਾਂਗੇ ਜੀ। ਕੀ ਸਮਝਦੇ ਹੋ ਕਿ ਨੌਜਵਾਨ ਕਿਉਂ ਪੰਜਾਬ ਦਾ ਸਿੱਖੀ ਤੋਂ ਦੂਰ ਹੋਇਆ, ਕਿਉਂ ਨਸ਼ਿਆਂ ਦੇ ਵਿੱਚ ਫਸਿਆ, ਕਿਉਂ ਇਹ ਥਾਂ ਜਿਹੜੀ ਕਿ ਨਤਮਸਤਕ ਹੋਣ ਦੇ ਲਈ ਆਣਾ ਸੀ ਇਹ ਮੇਲਾ ਬਣ ਗਈ, ਇਹ ਕਿਉਂ ਹੋਇਆ ਸਾਰਾ ਕੁਝ, ਕੀ ਲੱਗਦਾ? ਇਹ ਜੀ ਨਸ਼ਿਆਂ ਦਾ ਜਿਹੜਾ ਹੈਗਾ ਇਹ ਬੰਦ ਹੋਣਾ ਚਾਹੀਦਾ। ਹੁਣ ਵੀ ਆਪਣੇ ਉਰੇ ਨੌਜਵਾਨ ਹੈਗੇ ਆ ਕਈ ਜਿਹੜੇ ਮੱਥਾ ਟੇਕਣ ਵੀ ਆਉਂਦੇ ਆ ਤੇ ਨਜਾਇਜ਼ ਨਸ਼ਿਆਂ ਦਾ ਵੀ ਪ੍ਰਯੋਗ ਕਰਦੇ ਆ। ਇਹ ਸਭ ਗਲਤ ਹੈ ਜੀ ਤੇ ਆਪਦੀ ਮਰਿਆਦਾ ਨਾਲ ਆਓ, ਮੱਥਾ ਟੇਕ ਕੇ ਆਪਦਾ ਘਰ ਨੂੰ ਜਾਓ। ਮਹਿਸੂਸ ਕਰਦੇ ਹੋ ਤੁਸੀਂ ਇਹ ਚੀਜ਼? ਜੀ ਹਾਂਜੀ। ਸੋ ਹੋਰ ਵੀ ਨੌਜਵਾਨ ਖੜੇ ਆ, ਬਈ ਕਿਵੇਂ ਦੇਖਦੇ ਹੋ, ਇੱਥੇ ਆਏ ਹੋ ਅੱਜ? एक शब्द हम भी बोलेंगे। हाँ जी। हाँ जी, मैं बिहार से रोहतास जिला सासाराम से आए हैं जी। मैं छोटे साहिबजादा का शहीदी गुरु पर्व देखने आया हूँ, लेकिन यहाँ पर लोग मेले के नाम दे रहे हैं, मेले घूमने आए हैं। मैं तो शहीदी गुरु पर्व देखने आया हूँ और उनको श्रद्धांजलि अर्पित करने आया हूँ। यहाँ बिहार से ज़्यादा यहाँ पर कम सिक्खी नज़र आ रहा है। सेवा तो बहुत काफ़ी है लेकिन सिक्खी कट है। गुरु साहब गुरु गोविंद सिंह जी कहे कि रहनी रहे सोई सिख मेरा, ओ साहिब मैं उसका चिल्ला। शुभ नाम की है जी सिंह साहब? सरदार गुरशरण सिंह जी, बिहार, सासाराम, रोहतास जिला। फिर मैं एक बार दस दिया, मैं पहला हैदराबाद के ਸਿੰਘਾਂ ਨਾਲ ਗੱਲਬਾਤ ਕੀਤੀ ਸੀ, ਉਹਨਾਂ ਨੇ ਵੀ ਆਪਣਾ ਨਾਂ ਦੱਸਣ ਲੱਗੇ ਕਿਹਾ ਸੀ ਕਿ ਸਰਦਾਰ ਹਰਪ੍ਰੀਤ ਸਿੰਘ। ਤੇ ਜਦੋਂ ਪੰਜਾਬ ਦੇ ਨੌਜਵਾਨਾਂ ਦੀ ਗੱਲ ਆਉਂਦੀ ਹੈ ਤਾਂ ਸਿੰਘ ਤਾਂ ਹੁਣ ਨਜ਼ਰ ਨਹੀਂ ਆਉਂਦਾ। ਸਿੰਘ ਲਾਉਣਾ ਕੋਈ ਨਹੀਂ ਚਾਹੁੰਦਾ ਨਾਮ ਦੇ ਨਾਲ, ਆਪਣੇ ਗੋਤ ਲਗਾਏ ਜਾਂਦੇ ਨੇ ਨਾਮਾਂ ਦੇ ਨਾਲ। ਉਸ ਤੋਂ ਪਹਿਲਾਂ ਸਰਦਾਰ ਕਹਿਣਾ ਤਾਂ ਬਹੁਤ ਦੂਰ ਦੀ ਗੱਲ ਆ, ਸਰਦਾਰੀ ਤੇ ਕਿਸੇ ਨੂੰ ਮਾਣ ਨਹੀਂ ਰਿਹਾ। ਸੋ ਸਰਦਾਰ ਸਾਹਿਬ ਬਿਹਾਰ ਤੋਂ ਆਏ ਆ। ਇਸ ਤੋਂ ਪਹਿਲਾਂ ਹੈਦਰਾਬਾਦ ਦੇ ਸਿੰਘਾਂ ਦੇ ਨਾਲ ਗੱਲ ਕਰਵਾਈ ਸੀ, ਕਿਉਂ ਸਿੱਖੀ ਦੂਰ, ਪੰਜਾਬ ਤੋਂ ਦੂਰ ਸਿੱਖੀ ਪ੍ਰਫੁੱਲਿਤ ਹੋ ਰਹੀ ਹੈ ਤੇ ਪੰਜਾਬ ਦੇ ਵਿੱਚ ਕੀ ਕਿਉਂ ਇਦਾਂ ਹੋ ਰਿਹਾ ਹੈ? ਬਿਹਾਰ ਦੇ ਵਿੱਚ ਕਿੰਨੇ ਕੁ ਸਿੱਖਾਂ ਦੇ ਘਰ ਆ ਜਿੱਥੋਂ ਤੁਸੀਂ ਆਏ ਹੋ? हाँ जी, बिहार रोहतास जिला सासाराम से आए हैं जी। वहाँ पर 500 साल पहले गुरु तेग बहादुर गए थे। वहाँ पर 21 दिनों तक सत्संग किए थे। वहाँ के स्थानीय लोग जितने थे पांच धर्मों का वो सिख धर्म अपना लिए। आज भी बहुत पक्के गुरु सिख हैं। 80% आपको सिख पर पक्के गुरु सिख मिलेंगे। गुरु मर्यादा में रहते हैं, नित्यनेम बाड़ी पढ़ते हैं, रहीराज साहब करते हैं। बाड़ी मौखिक बाणी सबको याद है और गुरु के बिना नित्यनेम का वो कारोबार भी नहीं करते हैं, ना ही खाना खाते हैं, ना कोई काम करते हैं। वो गुरु पर अटल विश्वास रखते हैं। कितनी संगत आई है जी हुन बिहार तो? वो मैं तो बिहार से अपने घर से अकेला ही आया हूँ। रात को सोया था, एक बैग
चार साहिबजादों को याद आ गया मेरा। हम कहेंगे चलो उनसे मुलाकात करना जरूरी है। ਸੁੱਤੇ ਪਏ ਫੁਰਨਾ ਆ ਗਿਆ हाँ जी, हाँ जी। ਉੱਥੇ ਆਪਣੇ ਘਰੇ ਪਏ ਸੀ हाँ हाँ जी, घर पर सोए थे तो एक बैग हमने मन बन गया और जनरल ट्रेन में ही चल दिया। ਅੱਛਾ हाँ कि नहीं, चार साहिबजादे से हमको मिलना है और बच्चे के लिए शस्त्र भी लिए हैं कि नहीं, उनके बताए रास्ता पे चलना ਇੱਕ है। ਹੋਰ ਗੱਲ ਦੱਸਦੇ ਦੇਖੋ ਪਹਿਲਾਂ ਵੀ ਗੱਲ ਕੀਤੀ ਆ ਸਾਡੇ ਨੌਜਵਾਨ ਇੱਥੇ ਸਾਡੇ ਜਿਹੜੇ ਮਾਪੇ ਹੈਗੇ ਆ ਆਪਣੇ ਬੱਚਿਆਂ ਨੂੰ ਕੀ ਦੁਆਰੇ ਇੱਥੇ ਖਿਡੌਣੇ ਦੁਆਰੇ ਬਾਲਾਂ ਦੁਆਰੇ ਆ ਹੋਰ ਕੋਈ ਚੀਜ਼ ਪ੍ਰਕਾਰ ਦੀਆਂ ਚੀਜ਼ਾਂ ਦੁਆਰੇ ਖਾਣ ਦੇ ਲਈ ਕੋਈ ਵਸਤਾਂ ਖਿਲਾਰੇ ਆ ਦੇਖੋ ਬਿਹਾਰ ਤੋਂ ਆਇਆ ਜਿਹੜਾ ਸਿੱਖ ਹੈ ਉਹ ਆਪਣੇ ਬੱਚਿਆਂ ਲਈ ਸ਼ਸਤਰ ਲੈ ਕੇ ਜਾ ਰਿਹਾ ਤੇ ਸਾਡੇ ਘਰਾਂ ਤੋਂ ਸ਼ਸਤਰ ਕਿੰਨਾ ਦੂਰ ਹੋ ਗਿਆ। ਸ਼ਸਤਰ ਗੁਰੂ ਸਾਹਿਬ ਨੇ ਸਿੱਖ ਦਾ ਅੰਗ ਕਿਹਾ ਸੀ ਕਿ ਸਿੱਖ ਦਾ ਇੱਕ ਅੰਗ ਹੈ, ਸ਼ਸਤਰਧਾਰੀ ਸਿੱਖਾਂ ਨੂੰ ਬਣਾਇਆ ਸੀ, 5 ਕਕਾਰ ਦਿੱਤੇ ਸੀ, ਉਹਨਾਂ ਦੇ ਵਿੱਚੋਂ ਸ਼੍ਰੀ ਸਾਹਿਬ ਸਦਾ ਅੰਗ ਦੇ ਨਾਲ ਲਾ ਕੇ ਰੱਖਣ ਲਈ ਕਿਹਾ ਸੀ ਤੇ ਦੇਖੋ ਇਹ ਸ਼ਸਤਰ ਲੈ ਕੇ ਜਾ ਰਹੇ ਰਵਾਇਤਾਂ ਆਪਣੀਆਂ ਯਾਦ ਰੱਖਦੇ ਹੋਏ। ਤੁਸੀਂ ਕਿਉਂ ਇੱਥੇ ਤਾਂ ਬਹੁਤ ਕੁਝ ਲੱਗਿਆ ਹੋਇਆ ਸਿੰਘ ਸਾਹਿਬ, ਇੱਥੇ ਤਾਂ ਖਿਡੌਣੇ ਲੱਗੇ ਹੋਏ ਆ ਹੈ ਨਾ, ਇੱਥੇ ਆ ਗੁਬਾਰੇ ਵੇਚ ਰਿਹਾ ਕੋਈ ਕੁਛ ਇੱਥੇ ਲੱਗਿਆ ਹੋਇਆ, ਉਹ ਕੁਝ ਤੁਸੀਂ ਕਿਉਂ ਨਹੀਂ ਖਰੀਦਿਆ ਆਪਣੇ ਬੱਚਿਆਂ ਦੇ ਲਈ? इसलिए नहीं खरीदे वीर साहब कि हमारे जो गुरु गोविंद सिंह जी के 4 पुत्र थे वो शस्त्रधारी थे और शस्त्र विद्या काफ़ी जानते थे, तभी तो चमकौर के गढ़ी में मैदान में उन्हें युद्ध किया, मुगलों को हराया और 1.25 लाख को उतने फौज को 5 गुरु साहब के लड़के ने देखा और शहीदी प्राप्त की, लड़ते हुए शहीदी प्राप्त की। वो कायर की मौत ना मरे, वो लड़ते हुए गुरु साहब के बच्चे शहीद हो गए, लेकिन वो पीठ नहीं दिखाए। आज के हमारे नौजवान जो है वो सिर्फ भौतिकवाद में डूबे हुए हैं, टीवी कंप्यूटर वगैरह फिल्म दुनिया और बहुत सा बॉलीवुड में ज़्यादा काफ़ी ध्यान देते हैं, लेकिन हमारे न गुरुओं ने जितने शहीदी दिया है, जितने बलिदान दिए हैं सिखों के लिए, सिखी के लिए बहुत कुछ अपने सर्व परिवार को भी छोड़ दिया। ਤੁਹਾਡੇ ਬੱਚੇ ਨਹੀਂ ਕਹਿੰਦੇ ਕਿ ਮੈਂ ਤਾਂ ਜੀ ਫਿਲਮ ਆਈ ਹੈ ਮੈਂ ਤਾਂ ਇਦਾਂ ਦਾ ਹੇਅਰ ਕੱਟ ਕਰਾਉਣਾ, ਮੈਂ ਤਾਂ ਆਹ ਕਰਵਾਉਣਾ ਹੈ, ਮੈਂ ਤੁਹਾਡੇ ਬੱਚੇ ਨਹੀਂ ਕਹਿੰਦੇ ਕਿ ਮੈਂ ਤਾਂ ਮੋਬਾਈਲ ਦੇਖੇ ਬਿਨਾ ਮੈਂ ਰੋਟੀ ਨਹੀਂ ਖਾਣੀ? ਤੁਹਾਡੇ ਬੱਚੇ ਕਿੱਦਾਂ ਸਿੱਖੀ ਰੱਖੀ ਫਿਰਦੇ ਫਿਰ? ਇੱਥੇ ਤਾਂ ਜਿਹੜੇ ਬੱਚਾ ਕਹਿੰਦਾ ਕਿ ਮੋਬਾਈਲ ਮੇਰੇ ਅੱਗੇ ਨਹੀਂ ਰੱਖੋਗੇ ਮੈਂ ਤਾਂ ਰੋਟੀ ਨਹੀਂ ਖਾਂਦਾ। मेरे बच्चे तो अपने हिसाब से उसको ढालना है ना। गुरु साहब अपने बच्चों को 4 साहिबजादे को अपने हिसाब से डालें, उनको शस्त्रधारी बनाएं, युद्ध करना सिखाएं और घोड़े पर बैठना सिखाएं। तो हमारे भी बच्चे हैं, हमारा भी फर्ज बनता है अपने बच्चों को लिए कि हम उसको गुरु साहब के बताए रास्ते को बताएं, उसके रास्ते पर चलने के लिए बताएं, उसको शस्त्र विद्या सिखाएं। अभी से ही उसको शस्त्र जो है। कितने साल का बच्चा ਤੁਹਾਡਾ? मेरा बच्चा एक 12 साल का है जी, एक 8 साल का है। ਕੀ ਨਾਂ ਰੱਖੇ ਉਹਨਾਂ ਦੇ ਤੁਸੀਂ? वो एक का नाम है गुरुप्रीत सिंह जी, एक का नाम है हरप्रीत सिंह जी, एक का नाम है सुखबिंदर सिंह जी। अच्छा 3 नाम है जी और तीनों पढ़ते हैं और गुरमत ज्ञान भी करते हैं। ਕਿੰਨੀ ਪੀੜ੍ਹੀਆਂ ਤੋਂ ਸਿੱਖੀ ਹੈ ਤੁਹਾਡੇ ਘਰ ਦੇ ਵਿੱਚ? ਤੁਹਾਡੇ ਪਿਤਾ ਜੀ ਵੀ? हाँ, मेरे परदादा से ही सिक्की चली आ रही है, गुरु तेग बहादुर के समय से ही। ਅੱਛਾ हाँ, पक्के सिख हैं। ਫਿਰ ਗੁਰੂ ਤੇਗ ਬਹਾਦਰ ਜੀ ਨੇ ਤਾਂ ਬਾਈ ਇੱਥੇ ਵੀ ਪ੍ਰਚਾਰ ਕੀਤਾ, ਅਨੰਦਪੁਰ ਸਾਹਿਬ ਵਸਾਇਆ। ਅਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ ਨੌਜਵਾਨ ਅੱਜ ਕੱਲ ਵੱਡੀ ਗਿਣਤੀ ਦੇ ਵਿੱਚ ਇਦਾਂ ਦੇ ਦਿਖਦੇ ਆ ਜਿਹੜੇ ਕੇਸ ਕਤਲ ਕਰਵਾਏ ਹੋਏ ਆ। ਨੌਜਵਾਨ ਜਿਹੜੇ ਹੈਗੇ ਆ ਵੱਡੀ ਗਿਣਤੀ ਵਿੱਚ ਹੋਲੇ ਮਹੱਲੇ ਨੂੰ ਵੀ ਜਾਂਦੇ ਆ, ਆਹੀ ਕੁਝ ਉੱਥੇ ਦੇਖਣ ਨੂੰ ਮਿਲਦਾ ਸਾਰਾ ਕੁਝ। ਫਿਰ ਤੁਹਾਨੂੰ ਕੀ ਲੱਗਦਾ ਵੀ ਪੰਜਾਬ ਦੇ ਵਿੱਚ ਇੰਨੇ ਮਾੜੇ ਹਾਲਾਤ ਕਿਉਂ ਬਣ ਗਏ? ਜੇ ਗੁਰੂ ਤੇਗ ਬਹਾਦਰ ਜੀ ਦੇ ਕਹਿਣ ਮੁਤਾਬਕ ਅੱਜ ਵੀ ਬਿਹਾਰ ਦੇ ਵਿੱਚ ਤੁਸੀਂ ਆਪਣੇ ਪੜਦਾਦਾ ਜੀ ਤੋਂ ਸਿੱਖੀ ਸਾਂਭੀ ਬੈਠੇ, ਇੱਥੇ ਪੰਜਾਬ ਦੇ ਵਿੱਚ ਜਿੱਥੇ ਸਿੱਖੀ ਦਾ ਬੂਟਾ ਲੱਗਿਆ, ਜਿੱਥੇ ਅੰਮ੍ਰਿਤ ਛਕਾਇਆ, ਜਿੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ, ਉੱਥੇ ਸਿੱਖੀ ਕਿਉਂ ਚਲ ਗਈ? वो तो मैं ही देख रहा हूँ, मैं तो बिहार से हूँ। मेरे इधर सिर्फ धर्म के रिश्ता है इधर, रोटी बेटी का इधर रिश्ता नहीं है, मेरी सिर्फ धर्म का रिश्ता है। ਜੇ ਕੋਈ ਤੁਹਾਨੂੰ ਕਹੇ ਵੀ ਰਿਸ਼ਤਾ ਇੱਥੇ ਕਰ ਦੋ, ਮੁੰਡਾ ਜੀ ਤੇ ਮੋਨਾ ਹੈ ਜੀ ਪਰ ਮੁੰਡਾ ਸਰਦਾਰਨੀ ਕਰ ਦੋਗੇ? नहीं, सवाल ही नहीं सर। वो मेरे को महल ही क्यों ना दे दें, फिर भी नहीं करूँगा मैं। ਮਹਿਲ ਵੀ ਦੇ ਦੇ ਤਾਂ ਵੀ ਨਹੀਂ नहीं ਕਰੋਗੇ? नहीं नहीं नहीं, मैं महल भी दे दूंगा, असरफी हीरा जवाहरात सब दे दे, फिर भी नहीं करूँगा मैं। मैं इस गुरु सिख से ही करूँगा। मैं गुरु सिख हूँ तो अपने बेटी का शादी भी गुरु सिख से ही करूँगा, मौने से नहीं कर सकता हूँ। भले मेरे गरीब ही क्यों नहीं गुरु सिख हो। बाबा
गुड़ चना ही क्यों ना बेचता हो, लेकिन गुरसिख से ही करेंगे। इसलिए कि ਸਾਡੇ मेरे ਤਾਂ ਬਈ ਇੱਥੇ ਦੇਖਿਆ ਪਹਿਲਾਂ ਜਾਂਦਾ ਹੈ ਹਾਂ ਜੀ। ਵੀ ਮੁੰਡਾ ਭਾਵੇਂ ਸ਼ਰਾਬ ਸ਼ਰੂ ਪੀਂਦਾ ਹੋਵੇ ਚੱਲ ਜਾਏਗਾ, ਕਿੱਲੇ ਦੇਖੋ ਕਿੰਨੇ ਆ ਮੁੰਡੇ ਨੂੰ ਆਉਂਦੇ। ਜੇ 50-60 ਕਿੱਲੇ ਆਉਂਦੇ ਆ ਫਿਰ ਤਾਂ ਮੁੰਡਾ ਭਾਵੇਂ ਚਿੱਟਾ ਪੀਂਦਾ ਹੋਵੇ ਰਿਸ਼ਤਾ ਉਹਨੂੰ ਵੀ ਹੋ ਜਾਂਦਾ। नहीं बाबा जी, मेरे यहाँ तो खेती भी है, सिखों का बहुत ज़्यादा खेती है। फिर भी हम लोग गुरसिख यहाँ करेंगे और अपने जो ब्रदर हैं वहाँ के सिख गुरसिख है उसी के पास करेंगे। ਸਿੰਘ ਸਾਹਿਬ ਹੈਦਰਾਬਾਦ ਦੇ ਜਿਹੜੇ ਨੌਜਵਾਨ ਮੈਨੂੰ ਮਿਲੇ ਸੀ ਮੈਂ ਉਹਨਾਂ ਨੂੰ ਵੀ ਸਵਾਲ ਕੀਤਾ ਸੀ, ਕਹਿੰਦੇ ਸਿੱਖ ਦੀਆਂ ਲੱਤਾਂ ਬਹੁਤ ਖਿੱਚਦੇ ਇੱਥੇ ਪੰਜਾਬ 'ਚ ਤਾਂ ਇਹ ਚਰਚਾ ਵੀ ਸਿੱਖ ਨੂੰ ਨਾ ਮਾਰੇ ਕੌਮ ਕਦੇ ਨਾ ਹਾਰੇ। ਫਿਰ ਬਿਹਾਰ ਦੇ ਵਿੱਚ ਵੀ ਇਦਾਂ ਦੇਖਣ ਨੂੰ ਮਿਲਦਾ ਵੀ ਸਿੱਖ ਦੀਆਂ ਲੱਤਾਂ ਖਿੱਚੀ ਜਾਵੇ। नहीं बाबा जी, ऐसा तो कभी नहीं है। हाँ, कोई सिख गलती करे तो उसको समझाया जा सकता है, वो बताया जा सकता है कि भाई गलती ना करो। गुरु हमारे सिक्खी के लिए इतना बलिदान दिए हैं, इतना परिवार को तक सर्वस्व दान कर दिए। गलती ना करो, केस ना कटो, दाढ़ी ना कटो, गुरु मर्यादा में रहो। हम लोग समझाते हैं, वो जो भटक जाता है उसको हम लोग समझाते हैं और फिर वो जो है नौजवान ठीक हो जाता है, अपने रास्ते पर आ जाता है। ਪੰਜਾਬ ਦੇ ਵਿੱਚ ਜੇ ਕੋਈ ਬਿਹਾਰ ਤੋਂ ਆਂਦਾ ਨਾ ਉਹਨੂੰ ਭਈਆ ਕਿਹਾ ਜਾਂਦਾ, ਭਈਆ ਕਹਿ ਕੇ ਸੰਬੋਧਨ ਕੀਤਾ ਜਾਂਦਾ। ਬਿਹਾਰ ਤੋਂ ਆ ਸਿੰਘ ਸਾਹਿਬ, ਸਿੱਖੀ ਸਾਂਭੀ ਹੋਈ ਆ ਪੜਦਾਦਿਆਂ ਤੋਂ, ਅੱਜ ਤੱਕ ਵੀ ਸਿੱਖੀ ਸਰੂਪ 'ਚ ਆ। ਹੁਣ ਜਿਹੜੇ ਲੋਕ ਬਿਹਾਰੀ ਬੰਦੇ ਨੂੰ ਭਈਆ ਕਹਿ ਕੇ ਦੇਖਦੇ ਹੋ ਆਪਣੇ ਚਿਹਰਿਆਂ ਵੱਲ ਝਾਤੀ ਮਾਰ ਲੈਣ ਕਿ ਭਈਆ ਅਸਲ 'ਚ ਕੌਣ ਆ, ਕੌਣ ਹੁੰਦਾ ਕੌਣ ਬਣੇ ਆ ਭਈਏ। ਇਹਨਾਂ ਦਾ ਸਰੂਪ ਕਿੱਦਾਂ ਦਾ, ਇਹਨਾਂ ਨੇ ਸਿੱਖੀ ਕਿੱਦਾਂ ਸਾਂਭੀ ਆ ਤੇ ਸਾਡੇ ਨੌਜਵਾਨ ਕਿੱਧਰ ਜਾ ਰਹੇ। ਚਿੱਟਾ ਸਾਡੇ ਘਰਾਂ ਦੇ ਵਿੱਚ ਆ, ਨਸ਼ੇ ਸਾਡੇ ਘਰਾਂ ਦੇ ਵਿੱਚ ਆ, ਪਤਿਤਪੁਣਾ ਸਾਡੇ ਘਰਾਂ ਦੇ ਵਿੱਚ ਆ ਗਿਆ। ਗੁਰੂ ਤੇਗ ਬਹਾਦਰ ਜੀ ਉੱਥੇ ਗਏ ਸੀ ਤਾਂ ਅੱਜ ਵੀ ਸਿੱਖੀ ਸਾਂਭੀ ਬੈਠੇ, ਅਸੀਂ ਕਿੰਨੀ ਦੂਰ ਆ। ਇਹ ਸਾਰਾ ਕੁਝ ਦੇਖਣ ਵਾਲੀ ਗੱਲ ਆ। ਬਾਬਾ ਜੀ ਕਿਵੇਂ ਦੇਖਦੇ ਹੋ? ਹਾਂਜੀ, ਇਹਨੇ ਪੱਕੀ ਗੱਲ ਹੈ ਤੁਹਾਡੀ, ਮੰਨਣ ਵਾਲੀ ਗੱਲ ਹੈ ਇਸ ਗੱਲ ਨੂੰ ਕਿ ਜਿਹੜੇ ਅੱਜ ਦਾ ਮਾਹੌਲ ਚੱਲ ਰਿਹਾ ਹੈ, ਇਸ ਮਾਹੌਲ ਨੂੰ ਦੇਖ ਕੇ ਪੰਜਾਬ ਖਤਮ ਹੋ ਰਹੀ ਸਿੱਖੀ ਬਾਰੇ। ਕਿ ਜਦੋਂ ਇਹ ਸਿੱਖੀ ਦਾ ਪ੍ਰੋਗਰਾਮ ਚੱਲਿਆ ਸੀ ਕਿ ਗੁਰੂਆਂ ਨੇ ਸਾਰਾ ਆਪਣਾ ਪਰਿਵਾਰ ਸਾਰਾ ਵਾਰ ਦਿੱਤਾ ਹੈ ਤੇ ਉਹਨਾਂ ਨੇ ਪਰਵਾਹ ਨਹੀਂ ਕਰੀ। ਤੇ ਅੱਜ ਕੱਲ ਦੇ ਪਹਿਲਾਂ ਮੈਂ ਹੀ ਆਪਣਾ ਸਿਰ ਕਟਾਈ ਫਿਰਦਾ। ਤੁਸੀਂ ਕਦੋਂ ਕਟਾਤੇ ਸੀ? ਬਹੁਤ ਟਾਈਮ ਦੇ ਸੀ, ਮੈਂ ਤੁਹਾਨੂੰ ਦੱਸ ਰਿਹਾ। ਪਹਿਲਾਂ ਮੇਰੇ ਵੀ ਮਤਲਬ ਜਾਣੀ ਕਿ ਦਾੜੀ ਕੇਸ ਹੋਇਆ ਕਰਦੇ ਸੀ ਕਿ ਜਦੋਂ ਮਤਲਬ ਜਾਣੀ ਕਿ ਮੇਰੇ ਉਹ ਫਿਰ ਉਹ ਰੌਲਾ ਚੱਲਿਆ ਉਦੋਂ ਮੇਰੇ ਵੀ ਉਹਨਾਂ ਨੇ ਮਤਲਬ ਦਾੜੀ ਕੇਸ ਕੱਟਤਾ। ਕਿਹੜਾ ਰੌਲਾ ਚੱਲਿਆ? ਇਹ ਉਦੋਂ ਕਾਫੀ ਚਿਰ ਹੋ ਗਿਆ ਉਸ ਰੌਲੇ ਨੂੰ, ਬਹੁਤ ਸਮਾਂ ਹੋ ਗਿਆ। ਉਦੋਂ ਲੋਕ ਦਾੜੀ ਕੇਸ ਕਟਾਉਣ ਲੱਗ ਗਏ ਸੀ। ਮਹਿਸੂਸ ਕਰਦੇ ਹੋ ਤੁਸੀਂ ਵੀ ਅਸੀਂ ਕਿਹੜੇ ਗੁਰੂ ਦੇ ਪੁੱਤਾਂ ਤੇ ਬਣ ਕੀ ਗਏ ਅਸੀਂ? ਬਿਲਕੁਲ ਜੀ, ਇਸ ਗੱਲ ਨੂੰ ਬਿਲਕੁਲ ਮੈਂ ਮੰਨਦਾ। ਮੇਰੇ ਤੇ ਇਸ ਤਰ੍ਹਾਂ ਉਹ ਅੱਗ ਲੱਗਦੀ, ਭਾਂਬੜ ਮੱਚਦਾ। ਮੈਂ ਸਹੀ ਗੱਲ ਕਰਦਾ ਜੀ ਕਿ ਜੇ ਤੁਸੀਂ ਕਦੋਂ ਮੇਰੀ ਗੱਲ ਸੁਣ ਕੇ ਦੇਖੋ, ਮੈਂ ਤਾਂ ਦੂਜੀ ਗੱਲ ਹੀ ਨਹੀਂ ਕਰਦਾ। ਮੈਨੂੰ ਇਹ ਮਤਲਬ ਜਾਣੀ ਕਿ ਨੌਵੇਂ ਪਾਤਸ਼ਾਹ ਦੀ ਸਾਰੀ ਗੱਲ, ਗੁਰੂ ਤੇਗ ਬਹਾਦਰ ਜੀ ਦੀ ਗੱਲ ਤੋਂ ਬਾਕੀ ਗੁਰੂ ਦਸਵੇਂ ਪਾਤਸ਼ਾਹ ਦੀ ਛੋਟੇ ਸਾਹਿਬਜ਼ਾਦਾ ਮਾਤਾ ਗੁਜਰ ਕੌਰ ਦੀ ਗੱਲ, ਮੈਂ ਸਾਰੀਆਂ ਗੱਲਾਂ ਇਹਨਾਂ ਦੀਆਂ ਕਰਦਾ। ਹੁਣ ਮੈਂ ਆਉਂਦੇ ਮੇਰੇ ਨਾਲ ਮੁੰਡੇ ਸੀਗੇ ਛੋਟੇ, ਮੈਂ ਉਹਨਾਂ ਨਾਲ ਲੱਗ ਗਿਆ। ਮੈਂ ਜਦੋਂ ਗੱਲ ਕਰੀ, ਜੋੜੀ ਜਦੋਂ ਕਚਹਿਰੀ ਵੜਦੀ, ਜੋੜੀ ਜਦੋਂ ਕਚਹਿਰੀ ਵੜਦੀ, ਉਦੋਂ ਸੂਬੇ ਦੀ ਹਿੱਕ ਸੜਦੀ, ਉੱਤੇ ਫਤਿਹ ਨਾਗ ਨਹੀਂ ਲੜਦੀ, ਉਹ ਲਲਕਾਰੇ ਮਾਰਦੀਆਂ। ਨਿੱਕੀਆਂ ਨਿੱਕੀਆਂ ਜਿੰਦਾਂ ਨੇ ਦੋ ਕਲਗੀ ਧਾਰਦੀਆਂ, ਨਿੱਕੀਆਂ ਨਿੱਕੀਆਂ ਜਿੰਦਾਂ ਨੇ ਦੋ ਕਲਗੀ ਧਾਰਦੀਆਂ। ਉਹ ਮੁੰਡੇ ਫਿਰ ਮੈਨੂੰ ਕਿਹਾ ਕਰਨ, ਬਾਬਾ ਜੀ ਦੁਬਾਰਾ ਸਾਨੂੰ ਫਿਰ ਸੁਣਾਓ ਤੁਸੀਂ। ਮੈਂ ਕਿਹਾ ਵੀ ਇਹ ਜਿਹੜੀ ਸਿੱਖੀ ਹੈ ਨਾ, ਸਿੱਖੀ ਇੱਕ ਐਸੀ ਚੀਜ਼ ਹੈ ਜਿਹੜਾ ਸਿੱਖੀ ਨੂੰ ਰੱਖ ਕੇ ਚੱਲੇਗਾ, ਉਹਨੂੰ ਕਦੇ ਵੀ ਕਿੱਥੇ ਵੀ ਹਾਰ ਨਹੀਂ ਆਏਗੀ। ਕਿ ਜੋ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਚਾਂਦਨੀ ਚੌਕ ਦੇ ਵਿੱਚ ਗਏ ਨੇ ਤੇ ਉੱਥੇ ਰਾਜਾ ਔਰੰਗਜ਼ੇਬ ਨੇ ਕੀ ਕੀਤਾ ਸੀ, ਉਹ ਕਹਿਣ ਲੱਗੇ ਤੇਰੀ ਇੱਕ ਜਿਹੜੀ ਰਾਜ ਧਿਆਨੀ ਹੈ ਉਹਨੂੰ ਨਮਸਕਾਰ ਕਰਾਂਗੇ ਔਰ ਅਸੀਂ ਕਿਸੇ ਗੱਲ ਨੂੰ ਨਹੀਂ ਕਰਾਂਗੇ। ਕਿ ਜਦੋਂ ਤੁਸੀਂ ਉੱਥੇ ਜਾ ਕੇ ਦੇਖੋਗੇ ਚਾਂਦਨੀ ਚੌਕ ਦੇ ਵਿੱਚ ਕਿ ਉਹਨਾਂ ਨੇ ਕਿੰਨਾ ਕੁਛ ਕਰਿਆ ਸੀ, ਪਰ ਉਹਨਾਂ ਨੇ ਨਹੀਂ ਪਰਵਾਹ ਕਰੀ ਜਿਹੜਾ ਹੁੰਦਾ ਹੋਣ ਦੇ। ਫਿਰ ਉੱਥੇ ਭਾਈ ਜੈਤਾ, ਭਾਈ ਜੀਵਨ ਸਿੰਘ ਕਿ ਜਿਨ੍ਹਾਂ ਨੇ ਉਹਨਾਂ ਦਾ ਮਤਲਬ ਜਾਣੀ ਕਿ ਸੀਸ ਚੁੱਕ ਕੇ ਅਨੰਦਪੁਰ ਸਾਹਿਬ ਪਹੁੰਚਾਇਆ ਸੀ। ਕਵਿਤਾ ਇਹਦੇ ਬਾਰੇ ਵੀ ਆਉਂਦੀ? ਹਾਂਜੀ, ਸਤਿ ਸ੍ਰੀ ਅਕਾਲ। ਕਵਿਤਾ ਇਹਦੇ ਬਾਰੇ ਵੀ ਆਉਂਦੀ ਕੋਈ, ਇਹ ਇਤਿਹਾਸ ਬਾਰੇ ਵੀ ਤੁਹਾਨੂੰ? ਹਾਂਜੀ ਸੁਣਾਓ ਜੀ ਫਿਰ। ਤੋਂ ਫਿਰ ਮਤਲਬ ਜਾਣੀ ਕਿ ਜਦੋਂ ਉੱਥੇ ਧੜ ਰਹਿ ਗਿਆ, ਰਾਜਾ ਔਰੰਗਜ਼ੇਬ ਕਹਿਣ ਲੱਗਾ ਵੀ ਅੱਜ ਹਿੰਦੂਆਂ ਦੇ ਗੁਰੂਆਂ ਨੂੰ ਸ਼ਹੀਦ ਕੀਤਾ, ਅੱਜ ਇੱਥੇ ਮੀਟ ਸ਼ਰਾਬ ਫੁੱਲ ਚੱਲਣਾ ਚਾਹੀਦਾ, ਢੋਲ ਢਮੱਕੇ ਹੋਣੇ ਚਾਹੀਦੇ ਆ। ਹੁਣ ਗੁਰੂ ਸਾਹਿਬ ਦਾ ਧੜ ਪਿਆ, ਸੀਸ ਇੱਕ ਬੰਨੇ ਆ। ਜਦੋਂ ਭਾਈ ਜੈਤਾ, ਭਾਈ ਜੀਵਨ ਸਿੰਘ ਆਏ, ਉਹਨਾਂ ਨੂੰ ਚੁੱਕਿਆ। ਤੋਂ ਫਿਰ ਜਦੋਂ ਧੜ ਰਹਿ ਗਿਆ, ਧੜ ਦੇ ਵਿੱਚ ਲੱਖੀ ਵਰਤੀਆ ਉਹ ਆਪਣੀ ਝੂਪੜੀ ਵਿੱਚ ਲੈ ਕੇ ਉੱਥੇ ਆਪਣੇ ਗੱਡੇ ਵਿੱਚ ਪਾ ਕੇ ਝੂਪੜੀ ਵਿੱਚ ਲੈ ਕੇ ਗਏ ਨੇ। ਝੂਪੜੀ ਦੇ ਵਿੱਚ ਜਾ ਕੇ ਉਹਨਾਂ ਨੇ ਸੰਸਕਾਰ ਕੀਤਾ। ਤੋਂ ਸਿਆਣਿਆਂ ਨੂੰ ਕਹਿਣ ਲੱਗੇ
ਕਿ ਮੇਰਾ ਘਰ ਸੜ ਰਿਹਾ ਹੈ, ਲੋਕ ਬੁਝਾਉਣ ਵਾਸਤੇ ਆਏ। ਤੋ ਜਦੋਂ ਬੁਝਾਉਣ ਵਾਸਤੇ ਆਏ ਉਹ ਕਹਿਣ ਲੱਗੇ ਵੀ ਮੇਰਾ ਘਰ ਨਹੀਂ ਸੜ ਰਿਹਾ, ਆਪਾਂ ਗੁਰੂ ਸਾਹਿਬ ਦਾ ਸੰਸਕਾਰ ਕਰ ਰਹੇ ਹਾਂ, ਹੋ ਸਕੇ ਤੇ ਤੁਸੀਂ ਇੱਥੇ ਲੱਕੜ ਹੋਰ ਵੀ ਸੱਟੋ। ਹੁਣ ਵੀ ਆਪਾਂ ਜਦੋਂ ਜਾਂਦੇ ਆ ਇੱਕ ਬੰਦਾ, ਹਰ ਬੰਦਾ ਲੱਕੜ ਉੱਤੇ ਸੁੱਟਦਾ ਹੈ। ਤੋ ਇਸੇ ਤਰ੍ਹਾਂ ਉੱਥੇ ਲੋਕਾਂ ਲੱਕੜਾਂ ਸੱਟ ਕੇ ਗੁਰੂ ਸਾਹਿਬ ਦਾ ਸੰਸਕਾਰ ਕੀਤਾ ਸੀ। ਤੋ ਗੁਰੂਆਂ ਦੀ ਜਿਹੜੀ ਕੁਰਬਾਨੀ ਹੈ ਕਿਤੇ ਛੋਟੀ ਮੋਟੀ ਨਹੀਂ ਹੈ। ਜਦੋਂ ਗੁਰੂਆਂ ਦੀ ਗੱਲਾਂ ਆਪਾਂ ਦੇਖਾਂਗੇ ਕਿੰਨਾ ਆਨੰਦ ਆ ਜਾਂਦਾ ਹੈ। ਬਾਬਾ ਜੀ ਚਲੋ ਤੁਸੀਂ ਪਤਿਤ ਹੋ ਗਏ, ਤੁਹਾਨੂੰ ਇਤਿਹਾਸ ਦੀ ਤਾਂ ਜਾਣਕਾਰੀ, ਅੱਜ ਕੱਲ ਤਾਂ ਨੌਜਵਾਨ ਇਤਿਹਾਸ ਵੀ ਨਹੀਂ ਪਤਾ, ਪਤਿਤ ਵੀ ਹੋ ਗਏ, ਅੱਗੇ ਨੂੰ ਵੀ ਮੁੜਨ ਜੋਗੇ ਨਹੀਂ। ਸਵੇਰ ਦਾ ਭੁੱਲਿਆ ਕਹਿੰਦੇ ਸ਼ਾਮ ਨੂੰ ਘਰ ਆ ਜੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ। ਤੁਸੀਂ ਹੁਣ ਕਦੋਂ ਘਰ ਵਰਤਣਾ? ਫਿਰ ਮਨ 'ਚ ਖਿਆਲ ਆਉਂਦਾ ਕਦੀ ਵੀ ਘਰ ਵਾਪਸੀ ਕਰਨੀ ਆ? ਹਾਂਜੀ ਹਾਂਜੀ, ਜੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਕਿ ਜਦੋਂ ਮਨ 'ਚ ਖਿਆਲ ਆਉਂਦਾ ਤੁਹਾਡੇ ਵੀ ਹੁਣ ਮੈਂ ਦਾੜਾ ਪ੍ਰਕਾਸ਼ ਕਰਨਾ? ਹਾਂਜੀ ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ। ਉਹ ਹਾਂਜੀ ਮੇਰੇ ਉਹੀ ਮਨ ਦੇ ਵਿੱਚ ਆ ਰਿਹਾ ਵੀ ਮੈਂ ਦਾੜੀ, ਮੈਂ ਇੱਕ ਥਾਂ ਇਸੇ ਤਰ੍ਹਾਂ ਹੀ ਪ੍ਰੋਗਰਾਮ ਕਰ ਰਿਹਾ ਸੀ ਤਾਂ ਮੈਨੂੰ ਕਹਿਣ ਲੱਗੇ, ਕਹਿੰਦੇ ਬਾਬਾ ਜੀ ਤੁਹਾਡੇ ਕਹਿੰਦੇ ਦਾੜੀ ਕੇਸ ਹੋਣਾ ਚਾਹੀਦਾ ਹੈ। ਮੈਂ ਕਿਹਾ ਜੀ ਬਿਲਕੁਲ ਜ਼ਰੂਰ, ਤੁਹਾਡੀ ਇਹ ਗੱਲ ਪੱਕੀ ਹੈ। 16 ਆਨੇ ਆ। ਕਿੰਨਾ ਸਮਾਂ ਹੋ ਗਿਆ ਪ੍ਰੋਗਰਾਮ ਹੋਏ ਨੂੰ? ਉਹ ਪ੍ਰੋਗਰਾਮ ਨੂੰ ਮੇਰਾ ਖਿਆਲ ਵੀ 3-4 ਮਹੀਨੇ ਹੋ ਗਏ ਨੇ। ਫਿਰ ਤੁਸੀਂ ਹਾਲੇ ਅਮਲ ਕਰਨਾ ਸ਼ੁਰੂ ਨਹੀਂ ਕੀਤਾ? ਅੱਜ ਤੋਂ ਮਤਲਬ ਜਾਣੀ ਕਿ ਮੈਂ ਅਮਲ ਕਰ ਦਿੱਤਾ ਜੀ, ਮੈਂ ਹੁਣ ਦਾੜੀ ਕਟਾਣੀ ਬੰਦ ਕਰਤੀ ਹੈ। ਜਕਾਰਾ ਲਾ ਦਿਓ ਫਿਰ ਇੱਕੋ। ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਮਾਤਾ ਗੁਜਰੀ ਦੇ ਲਾਲ ਕਰੀ ਜਾਂਦੇ ਨੇ ਕਮਾਲ, ਤੇਗਾ ਮਾਰ ਮਾਰ ਕੇ ਜ਼ੁਲਮ ਜ਼ਮਾਨੇ ਵਿੱਚੋਂ ਹੱਸੇ ਹਾਰ ਕੇ। ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਤੁਹਾਡਾ ਨਾਮ ਕੀ ਹੈ ਜੀ? ਅਮਿਤ ਚੰਦ ਅਰਨੇਟੂ। ਅਮਿਤ ਚੰਦ, ਤੁਸੀਂ ਹਿੰਦੂ ਪਰਿਵਾਰ ਚੋਂ ਆ? ਹਾਂਜੀ ਹਿੰਦੂ ਪਰਿਵਾਰ ਚ, ਮੈਂ ਬਾਜੀਗਰ ਹਾਂ। ਅੱਛਾ ਹਾਂਜੀ। ਅੱਛਾ। ਤੋ ਮਤਲਬ ਜਾਣੀ ਕਿ ਅਮਰੀਕ ਤੂਫਾਨ ਮੇਰੇ ਕੋਲ ਸਿੱਖਦਾ ਹੁੰਦਾ ਸੀ, ਕਈ ਸਮੇਂ ਦੀ ਗੱਲ ਹੈ। ਅੱਛਾ ਅੱਛਾ। ਪਹਿਲਾ ਉਹਦਾ ਮਤਲਬ ਜਾਣੀ ਕਿ ਕੈਸਟ ਦੇ ਵਿੱਚ ਪਹਿਲੀ ਗੀਤ ਹੋਈ ਸੀ ਕਿ ਜਦੋਂ ਧੱਕਾ ਕਰਿਆ ਸੀ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਉਹਨਾਂ ਦੀ, ਫਿਰ ਉਹਨਾਂ ਨੇ ਮਤਲਬ ਜਾਣੀ ਕਿ ਪਹਿਲਾ ਇੱਕ ਗੀਤ ਸੁਣਾਇਆ ਸੀ। ਉਹ ਉਦੋਂ ਮੇਰੇ ਕੋਲੋਂ ਸਿੱਖਦੇ ਹੁੰਦੇ, ਸਮੇਂ ਦੀ ਗੱਲ ਹੈ। ਸਮੇਂ ਕੀ ਬਾਤ ਹੈ, ਕਦੋਂ ਸਮੇਂ ਦਾ ਦਿਨ ਵੱਡਾ, ਕਦੋਂ ਸਮੇਂ ਕੀ ਰਾਤ ਹੈ। ਹੁਣ ਦੇਖੋ ਕਿੱਡੀ ਰਾਤ ਵੱਡੀ ਹੈ ਤੇ ਹੁਣ ਦਿਨ ਛੋਟੇ, ਹੁਣ ਜਲਦੀ ਗੁਜ਼ਰ ਜਾਂਦਾ ਹੈ। ਰਾਤਾਂ ਬਾਬਾ ਜੀ ਅਸੀਂ ਤਾਂ ਚਲੋ ਸੁੱਖ 'ਚ ਆ, ਸਾਨੂੰ ਵੀ ਵੱਡੀਆਂ ਲੱਗ ਰਹੀਆਂ। ਉਹ ਰਾਤਾਂ ਕਿੰਨੀਆਂ ਵੱਡੀਆਂ ਹੋਣਗੀਆਂ ਜਦੋਂ ਠੰਡੇ ਬੁਰਜ ਦੇ ਵਿੱਚ, ਉਹ ਤਾਂ ਇੱਕ ਮਿੰਟ ਨਹੀਂ ਲੰਘਦਾ ਹੁਣ। ਨਹੀਂ ਲੰਘਦਾ। ਉਹਨਾਂ ਨੇ ਇੱਕ ਮਿੰਟ ਇਸ ਤਰ੍ਹਾਂ ਨਾ, ਮਾਤਾ ਗੁਜਰੀ ਨੂੰ ਜਦੋਂ ਪੁੱਛਦਾ ਨਾ ਫਤਿਹ ਸਿੰਘ ਮਾਂ ਦਾਦੀ ਕਿ ਮੇਰੇ ਮਾਤਾ ਜੀ ਕਿੱਥੇ ਗਏ ਨੇ, ਤਾਂ ਮਾਤਾ ਜੀ ਤੋਂ ਪਹਿਲਾਂ ਮਤਲਬ ਗੁਰੂ ਸਾਹਿਬ ਦੇ ਨਾਲ ਗੱਲਾਂ ਕਰਕੇ ਕਹਿਣ ਲੱਗੇ ਸੀ ਵੀ ਮੈਂ ਸਹਾਰ ਨਹੀਂ ਸਕਾਂਗੀ, ਮੈਨੂੰ ਤੁਸੀਂ ਇੱਥੋਂ ਜਾਣ ਦਿਓ ਜੀ, ਸੱਚਖੰਡ ਜਾਣ ਦੀ ਆਗਿਆ ਕਰੋ। ਉਹਨਾਂ ਨੇ ਸੱਚਖੰਡ ਜਾਣ ਦੀ ਆਗਿਆ ਕਰੀ। ਤਾਂ ਫਿਰ ਮਾਤਾ ਗੁਜਰੀ ਨੇ ਮਾਤਾ ਗੁਜਰ ਕੌਰ ਨੂੰ ਕਿਹਾ ਵੀ ਜਿਹੜੀ ਮੇਰੀ ਮਾਤਾ ਜੀ ਕਿੱਥੇ ਨੇ। ਤੋ ਜਦੋਂ ਫਤਿਹ ਸਿੰਘ ਨੇ ਪੁੱਛਿਆ ਤੇ ਮਾਤਾ ਗੁਜਰ ਕੌਰ ਕਹਿਣ ਲੱਗੀ ਉਹ ਸੱਚਖੰਡ ਨੂੰ ਗਏ ਨੇ। ਫਿਰ ਗੱਲਾਂ ਕਰ ਰਹੇ ਨੇ ਕਿ ਜਦੋਂ ਇਸੇ ਰਾਤ ਮੋਤੀ ਮਹਿਰਾ ਦੁੱਧ ਲੈ ਕੇ ਆਏ, ਰਾਤ ਨੂੰ ਗੱਲਾਂ ਪੈ ਕਰਦੇ ਨੇ। ਜਦੋਂ ਗੱਲਾਂ ਕਰਦੇ ਪਏ ਨੇ ਤੇ ਫਤਿਹ ਸਿੰਘ ਪੁੱਛਦਾ ਮਾਂ ਦਾਦੀ ਤੂੰ ਮੈਨੂੰ ਇਹ ਦੱਸ ਮੇਰੇ ਦਾਦਾ ਜੀ ਕਿੱਥੇ ਗਏ ਨੇ। तो माता गुजर कौर कहन लगी पुत्र कि तेरे जड़ दादा जी ने ना वो भी सचखंड नूं चले गए ने। तो फिर पुछदा मां दादी असी कदों जाना सचखंड नूं। वो कहन लगे माता गुजर कौर तुहाडा थोड़ा जिहा समा रह गया, तुसी भी बिल्कुल जरूर सचखंड नूं जाओगे। कि जदों फिर राजा वजीर खां सूबेदार इत्थे बैठा है, गंगू पंडित ने ਸਿਹੜੀ ਪਿੰਡ ਤੁਹਾਡਾ ਵੇਖਿਆ ਹੋਇਆ, ਉੱਥੋਂ ਜਦੋਂ ਜਾ ਕੇ ਝੂਠੀਆਂ ਤੁਹਮਤਾਂ ਲਾ ਕੇ ਫੜਾ ਕੇ ਇੱਥੇ ਭੇਜਿਆ ਸੀ ਮਾਤਾ ਗੁਜਰ ਕੌਰ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ। ਕਿ ਜਦੋਂ ਇੱਥੇ ਆਏ ਨੇ ਤਾਂ ਉਹਨੇ ਕਿਹਾ ਵੀ 500 ਮੋਹਰ ਸੀ ਮਾਤਾ ਕੋਲ, ਉਹਨੇ ਚੁੱਕ ਕੇ ਲਕੋ ਲਈ ਗੰਗੂ ਪੰਡਤ ਨੇ। ਤੇ ਮਾਤਾ ਗੁਜਰ ਕੌਰ ਕਹਿਣ ਲੱਗੀ ਵੇ ਗੰਗੂ ਤੂੰ ਮੈਨੂੰ ਇਹ ਦੱਸ ਵੀ ਜਿਹੜੀ ਮੋਹਰਾਂ ਸੀ ਉਹ ਸਾਂਭ ਦਿੱਤੀਆਂ ਨੇ ਕਿਤੇ। ਜਦੋਂ ਇੰਨੀ ਗੱਲ ਕਰੀ ਹੈ तो गंगू कहता भी नाल तुहाडे वर्गियां नूं इत्थे कोई वड़न नहीं दिंदा, जे मैं तुहानूं रात रख लिया तुसीं उल्टी मेरे मोहरां जुम्मे लाउने मेणा मारता मोहरां भी लको लईआं उन्ने। तो माता गुजर कौर कहन लगी कोई गल नहीं, चल कोई गल नहीं, जे तेरे कोल नहीं है तो कोई गल नहीं। फिर उन्हें उत्थों चल के आके इत्थे फतेहता सरहंद राजा वजीर खां सूबेदार नूं भी माता गुजरी दे लाल छोटे साहिबजादे तो माता गुजर कौर गुरु दी माता जी अज मेरे घरे ले जा फड़ के ले आ सकते हो तुसी। इन गंगू पंडित ने 12 साल रसोईया रहा सी इन्हां दे घर दा कमाया। तो जदों फिर उन्हें झूठ इन्ना गलत काम करिया, नाले सोने दियां मोहरां सां लईआं, तो नाले फिर उन्होंने झूठी तुहमत ला के इत्थे कि जदों कथा बहुत लंबी चौड़ी है, मैं जी बिच दी सुना रहा जी।
ਤੋਂ ਛੋਟੇ ਸਾਹਿਬਜ਼ਾਦਿਆਂ ਜਦੋਂ ਇੱਥੇ ਮਤਲਬ ਜਾਂ ਨੀਹਾਂ ਵਿੱਚ ਚਨਾਏ ਗਏ तो टोडरमल सेठ ने सोने ਦੀਆਂ ਮੋਹਰਾਂ ਲਾ ਕੇ ਫਿਰ ਉਹਨਾਂ ਦਾ ਸੰਸਕਾਰ ਕੀਤਾ ਸੀ। तो कथा लंबी चौड़ी मेरी ना ਲੱਤਾਂ ਦੁੱਖ ਰਹੀਆਂ ਮੈਂ ਤੁਹਾਨੂੰ ਹੋਰ ਹੀ ਸੁਣਾਉਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਇੱਕ ਗੱਲ ਕਹੀ ਕਿ ਮਾਤਾ ਜੀ ਨੇ ਕਿਹਾ ਕਿ ਤੁਹਾਡੇ ਪਿਤਾ ਜੀ ਦਾਦਾ ਜੀ ਵੀ ਸੱਚਖੰਡ ਗਏ ਆ, ਤੁਹਾਡੀ ਮਾਤਾ ਜੀ ਵੀ ਸੱਚਖੰਡ ਗਏ। ਜਿਹੜੇ ਨੌਜਵਾਨ ਹੁਣ ਇੱਥੇ ਸਿੱਖੀ ਤੋਂ ਕੋਹਾਂ ਦੂਰ ਚਲ ਗਏ, ਇਹ ਕਿੱਥੇ ਜਾਣਗੇ ਫਿਰ? ਸੱਚਖੰਡ ਜਾਣ ਦਾ ਰਾਹ ਇਹਨਾਂ ਨੂੰ ਕੌਣ ਦੱਸੂਗਾ? ਇਹਦੀ ਸੱਚਖੰਡ ਰਾਹ ਜਾਣਦਾ ਗੁਰੂਆਂ ਨੇ ਦੱਸਣਾ ਜਿਹਨਾਂ ਦੇ ਉਹਨਾਂ ਦੇ ਚਾਲ ਚੱਲਣ ਤੇ ਚੱਲੇਗਾ। ਇਹ ਕਿਹਨੇ ਦੱਸਣਾ ਸੀ? ਇਹਨਾਂ ਨੌਜਵਾਨਾਂ ਨੂੰ ਸਮਝਾਉਣਾ ਕਿਹਨੇ ਸੀ? ਫਰਜ਼ ਕਿਹਦਾ ਸੀ? ਇਹ ਗੁਰੂਆਂ ਦਾ ਹੀ ਫਰਜ਼ ਸੀ। ਗੁਰੂਆਂ ਨੇ ਤਾਂ ਆਪਣਾ ਫਰਜ਼ ਪੂਰਾ ਕੀਤਾ, ਉਹ ਤਾਂ ਸਰਬੰਸ ਬਾਰ ਗਏ। ਹੁਣ ਆਉਣ ਵਾਲੀ ਪੀੜ੍ਹੀ ਨੂੰ ਕਿਹਨੇ ਦੱਸਣਾ ਸੀ? ਇਹ ਕਿਉਂ ਨਹੀਂ ਦੱਸ ਸਕੇ? ਹੁਣ ਜਿਹੜੀ ਆਉਣ ਵਾਲੀ ਪੀੜ੍ਹੀ ਅੱਜ ਕੱਲ੍ਹ ਮੁੰਡੇ ਨੂੰ ਜਿਹਨੂੰ ਕਹਿਣਾ ਤੂੰ ਕੀ ਕਰ ਰਿਹਾ ਪਹਿਲਾਂ ਮੈਂ ਕਈ ਵਾਰ ਸਟੇਜ ਤੇ ਗੱਲ ਕਰਦਾ, ਜਿਹੜਾ ਖਾਂਦਾ ਯਰਦਾ 100 ਸਾਲ ਨਹੀਂ ਮਰਦਾ, ਜਿਹੜਾ ਖਾਂਦਾ ਭੁੱਕੀ ਹਰਕਣ ਲਾਉਂਦਾ ਦੁੱਕੀ, ਜਿਹੜਾ ਪੀਂਦਾ ਬੀੜੀ ਸੱਪ ਲੈਣੇ ਕੀੜੀ, ਜਿਹੜਾ ਖਾਂਦਾ ਫੀਮ ਉਹ ਤਾਂ ਕਦੇ ਨਾ ਕਰੋ ਯਕੀਨ ਪਤਾ ਨਹੀਂ ਕਦੋਂ ਕੁੰਡੀ ਲਾ ਕੇ ਚਲੇ ਜਾਂਦਾ, ਜਿਹੜਾ ਪੀਂਦਾ ਸ਼ਰਾਬ ਉਹ ਹਰਕ ਨੂੰ ਕਰਦਾ ਖਰਾਬ, ਜਿਹੜਾ ਪੀਂਦਾ ਸੁੱਖਾ ਜਿੱਥੇ ਮੇਰੇ ਸਿੰਘ ਭਾਈ ਘੋਟੀ ਜਾਂਦੇ ਆ, ਜਿਹੜਾ ਪੀਂਦਾ ਸੁੱਖਾ ਉਹ ਅੱਜ ਹੀ ਮੁੱਕਾ ਕੱਲ੍ਹ ਹੀ ਮੁੱਕਾ। ਨਸ਼ਿਆਂ ਤੋਂ ਬਚ ਕੇ ਰਹਿਣਾ ਚਾਹੀਦਾ। ਨਸ਼ਾ ਇੱਕ ਐਸੀ ਚੀਜ਼ ਨਾਮਰਾਦ ਹੈ, ਪਰ ਅੱਜ ਕੱਲ੍ਹ ਦੇ ਮੁੰਡੇ ਨੌਜਵਾਨ ਉਹਨੂੰ ਨਹੀਂ ਸੋਚਦੇ। ਉਹ ਕਹਿੰਦੇ ਵੀ ਇਹ ਬੁੱਢੇ ਬਜ਼ੁਰਗ ਐਵੇਂ ਕਰੀ ਜਾਂਦੇ ਆ ਵੀ ਆਪਾਂ ਜਿਹੜਾ ਯਰਦਾ ਜਾਂ ਤੰਬਾਕੂ ਜਾਂ ਕੋਈ ਬੀੜੀ ਪੀ ਲਈ ਮਾਲਣਾ ਵੀ ਨਹੀਂ ਪੈਂਦਾ ਹੁਣ ਤਾਂ ਸਿੱਧੀ ਪੂੜੀ ਫਸਾ ਦਿੰਦੇ। ਸਿੱਧੀ ਹਾਂ ਉਹ ਇੱਕ ਨਵਾਂ ਆਇਆ ਹੋਇਆ ਉਹਨੂੰ ਕੀ ਕਹਿੰਦੇ ਨੇ ਐ ਕਰਕੇ ਉਹ ਆਜੋ ਉਹਨੂੰ ਮੂੰਹ ਦੇ ਵਿੱਚ ਪਾ ਦਿੰਦੇ ਆ। ਤਾਂ ਨਸ਼ਿਆਂ ਤੋਂ ਜਿੰਨਾ ਕੋਈ ਤਾਂ ਥੁੱਕਦੇ ਫਿਰੀ ਜਾਂਦੇ। ਗੁਰੂ ਘਰ ਦੇ ਜਿਹੜੇ ਇੱਕ ਡਸਟਬਿਨ ਵੀ ਆਸੇ-ਪਾਸੇ ਰੱਖੇ ਉਹ ਵੀ ਭਰੇ ਪਏ ਇਹਨਾਂ ਨੇ। ਭਰੇ ਪਏ ਨੇ ਜੀ, ਉਹ ਤਾਂ ਗੱਲ ਹੈ। ਫਿਰ ਇਹ ਠੀਕ ਕਿਹਨੇ ਕਰਨਾ ਸੀ? ਇਹਨਾਂ ਨੂੰ ਦੱਸਣਾ ਕਿਹਨੇ ਸੀ ਜੀ? ਮਾਪਿਆਂ ਨੇ ਸਾਡੇ ਹੁਣ ਦੱਸੋ, ਮੈਂ ਪਹਿਲਾਂ ਦੱਸ ਕੇ ਹਟ ਗਿਆ ਵੀ ਮੈਂ ਬਾਜੀਗਰ ਹਾਂ। ਸਾਡੇ ਘਰੇ ਚੱਲ ਕੇ ਗੁਰੂ ਦੀ ਐਡੀ ਕਿਰਪਾ ਹੈ, ਅਸੀਂ ਬੀੜੀ ਵਾਲੇ ਨੂੰ ਘਰੇ ਨਹੀਂ ਵੜਨ ਦਿੰਦੇ। ਭਾਈ ਤੂੰ ਬੀੜੀ ਪੀਣੀ ਤਾਂ ਬਾਹਰ ਜਾ ਕੇ ਪੀ। ਐਡੀ ਗੁਰੂ ਨਾਨਕ ਦੀ, ਗੁਰੂ 10ਵੇਂ ਪਾਤਸ਼ਾਹ ਦੀ, ਗੁਰੂ 9ਵੇਂ ਪਾਤਸ਼ਾਹ ਦੀ ਕਿਰਪਾ ਹੈ। ਤਾਂ ਜੋ ਕਿ ਘੱਟ ਵੱਧ ਬੋਲਿਆ ਗਿਆ ਤਾਂ ਮਾਫ ਕਰ ਦੇਣਾ। ਜੋ ਬੋਲੇ ਸੋ ਨਿਹਾਲ। ਸੋ ਬਹੁਤ ਨਸ਼ਿਆਂ ਤੋਂ ਬਚ ਕੇ ਰਹਿਣਾ। ਨਸ਼ਾ ਇੱਕ ਬੜੀ ਨਾਮਰਾਦ ਚੀਜ਼ ਹੈ। ਜਦੋਂ ਬੰਦੇ ਕੋਲ ਨਸ਼ਾ ਲੱਗ ਜਾਂਦਾ ਨਾ, ਅਗਲਾ ਕਹਿੰਦਾ ਉਹ ਨਸ਼ੇੜੀ ਆ ਰਿਹਾ ਹੈ, ਉਦੋਂ ਲੋਕ ਦੂਰ ਕਰਨ ਲੱਗ ਜਾਂਦੇ ਆ। ਤੇ ਉਸ ਤੋਂ ਬਚੋ ਤੇ ਤੁਹਾਡੀ ਇੱਜ਼ਤ ਬਣੇਗੀ। ਗੁਰੂ ਤੁਹਾਨੂੰ ਇਸ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਲਾਏਗਾ। ਛੱਡ ਦੋ ਗੱਲਾਂ ਪਰ ਨਾ। ਪੰਜਾਬ ਦੀ ਗੱਲ ਕਰ ਰਹੇ ਹਾਂ। ਪਹਿਲੀਆਂ ਬੱਲੀ ਦੇ ਘਰ ਵਾਲੀ ਬੋਲਦੀ, ਗਵਾਂਢਣਾ ਦੇ ਨਾਲ ਦੁੱਖੜੇ ਫਰੋਲਦੀ, ਟੂ ਮਛੱਲਾ ਸਾਰਾ ਇਹਨੇ ਵੇਚ ਗਾਲਤਾ। ਹਾਏ ਓ ਮੇਰਾ ਰੰਗਲਾ ਪੰਜਾਬ ਨਸ਼ਿਆਂ ਨੇ ਗਾਲਤਾ, ਹਾਏ ਓ ਮੇਰਾ ਰੰਗਲਾ ਪੰਜਾਬ ਨਸ਼ਿਆਂ ਨੇ ਗਾਲਤਾ। ਨਸ਼ਿਆਂ ਤੋਂ ਬਚ ਕੇ ਰਹੋਗੇ ਬੜੀ ਚੰਗੀ ਗੱਲ ਹੈ। ਨਹੀਂ ਨਸ਼ੇ ਦੇ ਵਿੱਚ ਇੱਕ ਵਾਰੀ ਵੀ ਇਨਸਾਨ ਆ ਜਾਂਦਾ ਉਹਦੇ ਪੱਲੇ ਕੱਖ ਨਹੀਂ ਰਹਿ ਜਾਂਦਾ। ਉਹਨੂੰ ਲੋਕ ਮੰਜੇ ਤੇ ਨਹੀਂ ਬਹਿਣ ਦਿੰਦੇ। ਅਗਲੇ ਅੰਤਰੀ ਵੀ ਸੁਣਾ ਦਿਓ। ਤੋ ਅਗਲੇ ਅੰਤਰ ਜੋ ਮੇਰੇ ਕੋਲ ਸਾਜੀ ਹੁੰਦੇ ਫਿਰ ਸੁਣਾਉਂਦਾ ਤਾਂ ਮੈਨੂੰ ਹਾਂਜੀ तो मैं जरूर फिर सुनाऊंगा। इन्हें माफ़ करना। मैं तुम्हें दस रहा रंगला पंजाब, ये रंगले पंजाब दियाँ घट। अपना नाम की है जी? मेरा सतनाम सिंह है। सतनाम सिंह। तो ये मतलब जानी कि केड़ी मतलब वो तो खबर लाने पंजाबी लोक चैनल यूट्यूब फेसबुक पे है जी। अच्छा यूट्यूब पे हैं, ठीक है। कई बार उत्ते चलते भी रहे हैं। तो इस तरह करके गुरुआं दियां गल्लां सुन के बहुत ही मन खुश होता है। तो घट बात बोलिया होगा तो माफ़ कर देना। वाहिगुरू जी का खालसा, वाहिगुरू जी की फतेह। ना की दस्या अपना? अमित चंद अरनेटू। ਅਮਿਤ ਚੰਦ ਅਰਨੇਟੂ ਜੀ। ਸੋ ਵਿਚਾਰਾਂ ਸ਼ੁਰੂ ਕੀਤੀਆਂ ਸੀ ਕਿ ਇੱਥੇ ਇੱਕ ਵੀਰ ਜੀ ਜੋੜੇ ਗੰਢ ਰਹੇ, ਇੱਕ ਚੰਗੀ ਤਸਵੀਰ ਦਿਖਾਈ ਸੀ। ਉਸ ਤੋਂ ਬਾਅਦ ਚਰਚਾਵਾਂ ਸ਼ੁਰੂ ਕੀਤੀਆਂ ਸੀ ਕਿ ਹੋਣਾ ਕੀ ਚਾਹੀਦਾ ਸੀ, ਹੋ ਕੀ ਰਿਹਾ, ਕਿਉਂ ਨਹੀਂ ਹੋ ਸਕਿਆ। ਬਹੁਤ ਸਾਰੇ ਸਵਾਲ ਆ ਕਿ ਜੋ ਮਾਹੌਲ ਬਣਿਆ ਹੋਇਆ ਕਿ ਇਦਾਂ ਦਾ ਹੋਣਾ ਚਾਹੀਦਾ ਸੀ, ਕਿ ਇਹ ਸਾਡਾ ਵਿਰਸਾ ਸੀ, ਇਹ ਸਾਡੀ ਵਿਰਾਸਤ ਸੀ। ਬਹੁਤ ਸਾਰੇ ਉਹ ਸਵਾਲ ਲੈ ਕੇ ਗੱਲਬਾਤ ਸ਼ੁਰੂ ਕੀਤੀ ਸੀ। ਸੋ ਅਮਿਤ ਚੰਦ ਜੀ ਨੇ ਆ ਕੇ ਵਿੱਚ ਬਹੁਤ ਸਾਰੀਆਂ ਗਿਆਨ ਦੀਆਂ ਗੱਲਾਂ ਦੱਸੀਆਂ ਤੇ ਆਪ ਵੀ ਇਹ ਗੱਲ ਕਹੀ ਆ ਕਿ ਬਹੁਤ ਚਿਰ ਤੋਂ ਭਟਕੇ ਰਹੇ ਆ, ਸਿੱਖਾਂ ਆ। ਭਾਵੇਂ ਅਮਿਤ ਚੰਦ ਜੀ ਹਿੰਦੂ ਧਰਮ ਦੇ ਨਾਲ ਸੰਬੰਧਿਤ ਆ, ਬਾਜੀਗਰ ਪਰਿਵਾਰ ਦੇ ਨਾਲ ਸੰਬੰਧਿਤ ਆ, ਫਿਰ ਵੀ ਕਿਹਾ ਕਿ ਮੈਂ ਵੀ ਯਤਨ ਕਰਾਂਗੇ ਹੁਣ ਅੱਜ ਤੋਂ ਸਿੱਖੀ ਸਰੂਪ ਦੇ ਵਿੱਚ ਆਵਾਂਗਾ, ਵਾਪਸੀ ਆਪਣੇ ਕੇਸ ਦਾੜਾ ਵਧਾਵਾਂਗੇ। ਇਹ ਵੀ ਇਹਨਾਂ ਨੇ ਗੱਲ ਕੀਤੀ ਆ। ਸੋ ਪ੍ਰਮਾਤਮਾ ਮਿਹਰ ਕਰੇ ਜਿਹੜਾ ਸਾਡਾ ਪੰਜਾਬ ਨਸ਼ਿਆਂ ਦੇ ਵਿੱਚ ਫਸਦਾ ਜਾ ਰਿਹਾ, ਸਿੱਖੀ ਤੋਂ ਕੋਹਾਂ ਦੂਰ ਜਾ ਰਹੇ ਆ। ਪਹਿਲਾਂ ਹੈਦਰਾਬਾਦ ਤੋਂ ਵੀਰ ਮਿਲੇ, ਹੁਣੇ ਤੁਹਾਡੇ ਨਾਲ ਗੱਲਬਾਤ ਕਰਵਾਈ ਹੈ। ਇੱਕ ਵੀਰ ਬਿਹਾਰ ਤੋਂ ਆਇਆ, ਉਹਨਾਂ ਨੇ ਦੱਸਿਆ ਕਿ ਸਾਡੇ ਉੱਥੇ ਸਿੱਖੀ 100%
ਸਾਡੇ ਬੱਚੇ ਵੀ ਕੇਸ ਨਹੀਂ ਕਟਾਉਂਦੇ, ਸਾਡੇ ਬੱਚੇ ਵੀ ਨਸ਼ੇ ਨਹੀਂ ਕਰਦੇ। ਜੇ ਹੈਦਰਾਬਾਦ ਦੇ ਵਿੱਚ ਜਾਂ ਬਿਹਾਰ ਦੇ ਵਿੱਚ ਸਿੱਖੀ ਪ੍ਰਫੁੱਲਿਤ ਹੋ ਸਕਦੀ ਹੈ, ਜਿੱਥੇ ਸਿੱਖੀ ਜਨਮੀ ਹੈ, ਜਿੱਥੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਗੁਰੂ ਸਾਹਿਬ ਨੇ, ਉੱਥੇ ਕੀ ਹੋ ਗਿਆ, ਕੀ ਕਾਰਨ ਰਹੇ ਨੇ, ਕਿਉਂ ਨੌਜਵਾਨ ਭਟਕੇ ਹੋਏ ਨੇ, ਉਹ ਸਾਰੀਆਂ ਗੱਲਾਂ, ਉਹ ਸਾਰੇ ਜਵਾਬ ਜਿਹੜੇ ਹੈਗੇ ਤੁਹਾਨੂੰ ਇਸ ਇੰਟਰਵਿਊ ਦੇ ਵਿੱਚ ਮਿਲ ਜਾਣਗੇ। ਤੇ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਪ੍ਰਮਾਤਮਾ ਕਰੇ ਫਿਰ ਉਹ ਹੱਸਦਾ ਵਸਦਾ ਪੰਜਾਬ, ਉਹ ਪੰਜਾਬ ਨਹੀਂ ਜਿਹੜੀ ਸਰਕਾਰਾਂ ਕਹਿ ਰਹੀਆਂ ਕਿ ਰੰਗਲਾ ਪੰਜਾਬ ਬਣਾਉਣਾ। ਸਰਕਾਰਾਂ ਦੇ ਦਾਅਵੇ ਵਾਅਦੇ ਇਹ ਜਿਹੜੇ ਹੁੰਦੇ ਨੇ, ਇਹ ਖੋਖਲੇ, ਲੋਕ ਕਹਿੰਦੇ ਆ ਕਿ ਖੋਖਲੇ ਹੀ ਹੁੰਦੇ ਆ, ਪਰ ਉਮੀਦ ਕਰਦੇ ਆ ਕਿ ਸੱਚਮੁੱਚ ਜਿਹੜਾ ਅਸਲੀ ਪੰਜਾਬ ਆ, ਜਿਹੜੀ ਸਾਡੀ ਵਿਰਾਸਤ ਆ, ਜਿਹੜੀ ਸਾਡੀ ਨੌਜਵਾਨੀ, ਉਹ ਚੰਗੇ ਰਾਹ ਤੇ ਪਵੇ, ਤਾਂ ਕਿ ਉਹ ਖਾਲਸ ਜਿਹੜਾ ਹੈਗਾ ਖਾਲਸਾ ਫਿਰ ਪੰਜਾਬ ਦੇ ਵਿੱਚ ਦਿਖਾਈ ਦੇਵੇ। ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।